Hello दोस्तों, welcome to Siddhi Punjab. So today we are going to discuss the current affairs from 5th to 8 December. Last Wednesday मैं जो है current affairs नहीं post कर पाई थी, तो today is Friday and we are going to discuss all the current affairs from Tuesday to Friday. ठीक है जी, आगे बढ़ने तो पहला there are various courses that we are learning for your help, your assistance. You just have to go to www.siddhipunjab.com. You can check the previous year questions also there, syllabus also there. ठीक है ਤੇ ਸਾਡੇ courses section ਚ ਵੀ you will be able to get different kind of courses that are available for Punjab PCS. ਅਗਰ ਤੁਸੀਂ ਹਰਿਆਣਾ ਦੀ ਤਿਆਰੀ ਵੀ ਕਰ ਰਹੇ ਹੋ ਤਾਂ ਸਿੱਧੀ ਹਰਿਆਣਾ ਤੋਂ ਨਾਮ ਤੋਂ ਅਸੀਂ we are running courses for YouTube ਚੈਨਲ ਵੀ ਹੈ, ਤੁਸੀਂ ਫੋਲੋ ਕਰ ਸਕਦੇ ਹੋ ਹਰਿਆਣਾ ਦੀ ਹੋਰ ਜਾਣਕਾਰੀ ਲਈ, ਹਰਿਆਣਾ ਦੇ ਪੇਪਰਸ ਦੇਣ ਲਈ, ਰਾਈਟ। ਕ੍ਰੈਸ਼ ਕੋਰਸ ਅਸੀਂ ਹਰਿਆਣਾ ਲਈ ਲਾਂਚ ਕਰਤਾ ਹੈ, ਜਿਹੜਾ ਪੇਪਰ ਹੈ 11 ਫਰਵਰੀ ਨੂੰ ਹੋਣ ਵਾਲਾ ਹੈ। ਬਹੁਤ ਅੱਛੀ ਓਪਰਚੁਨਿਟੀ ਹੈ, ਵੀ ਸ਼ੁਡ ਆਲ ਲੀਵਰੇਜ ਇਟ। ਦੈਟ ਇਜ਼ ਵਾਈ ਵੀ ਹੈਵ launched this course ਤਾਂ ਕਿ ਕੁਇਕ ਰਿਵੀਜ਼ਨ ਤੁਹਾਡੀ 2 ਮਹੀਨੇ ਚ ਕਰਾ ਸਕੀਏ, ਰਾਈਟ। ਨਾਓ ਲੈਟਸ ਸੀ ਦ ਟੌਪਿਕਸ ਫॉर ਟੁਡੇ। ਕਾਫੀ ਸਾਰੇ ਟੌਪਿਕਸ ਹੈ ਕਿਉਂਕਿ ਇੰਨੇ ਦਿਨਾਂ ਦਾ ਕਰੰਟ ਅਫੇਅਰ ਆਪਾਂ ਕਰ ਰਹੇ ਹਾਂ ਤੇ ਸਾਰੇ ਹੀ ਕਾਫੀ ਇੰਪੋਰਟੈਂਟ ਨੇ, ਤਾਂ ਜਲਦੀ ਇਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ, ਰਾਈਟ। ਯੂ ਕੈਨ ਰੀਡ ਦ ਟੌਪਿਕਸ। ਮੈਂ ਫਰਸਟ ਰਿਪੋਰਟ ਬਰੀਫਲੀ ਤੁਹਾਨੂੰ ਦੱਸ ਦਿੰਨੀ ਹੈ। ਐਨਸੀਆਰਬੀ ਦੀ ਰਿਪੋਰਟ ਆਈ ਹੈ, ਨੈਸ਼ਨਲ ਕ੍ਰਾਈਮ ਰਿਪੋਰਟਸ ਬਿਊਰੋ। ਇਹਦੀ ਰਿਪੋਰਟ ਆਪਣੇ ਲਈ ਜ਼ਰੂਰੀ ਹੈ, ਲੇਟੈਸਟ ਰਿਪੋਰਟ ਹੈ, ਇਹਦੀ ਫਾਈਂਡਿੰਗਸ ਦੇਖ ਲਵਾਂਗੇ, ਆਨਸਰਸ ਚ ਯੂਜ਼ ਕਰ ਸਕਦੇ ਆ। ਇੰਡੀਆ ਕੀਨੀਆ ਜਾਂ ਇੰਡੀਆ ਅਫਰੀਕਾ ਬ੍ਰੌਡਲੀ ਰਿਲੇਸ਼ਨਸ ਬਹੁਤ ਇੰਪੋਰਟੈਂਟ ਹੈ, ਤਾਂ ਕੀਨੀਆ ਨਾਲ ਲੇਟੈਸਟ ਕਿਆ ਅਗਰੀਮੈਂਟ ਸਾਈਨ ਹੋਇਆ ਹੈ ਦੇਖ ਲਵਾਂਗੇ। ਸਾਈਕਲੋਨ ਚੇन्नई ਚ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਕਿਆ ਹਾਲ ਹੋ ਰਿਹਾ ਹੈ ਫਲੱਡਿੰਗ ਕਰਕੇ, ਕਾਫੀ ਹਾਲਤ ਖਰਾਬ ਹੈ। ਉਹ ਫਲੱਡਿੰਗ ਕਿਉਂ ਹੋ ਰਹੀ ਹੈ? ਸਾਈਕਲੋਨ ਇਜ਼ ਦ ਰੀਜ਼ਨ। ਮਚਾਉਂਗ ਸਾਈਕਲੋਨ ਮਚਾਉਂਗ, ਰਾਈਟ। ਉਸ ਤੋਂ ਬਾਅਦ ਪਰਸਨੈਲਿਟੀ ਇਨ ਨਿਊਜ਼ ਹੈ, ਪ੍ਰੀਲਿਮਸ ਚ ਕਈ ਵਾਰ ਪੁੱਛਿਆ ਜਾਂਦਾ ਹੈ ਕੁਐਸਚਨ, ਇਸੀलिए आई हैव इंक्लूडेड इट, अदरवाइज नॉट वेरी इंपॉर्टेंट। ਉਸ ਤੋਂ ਬਾਅਦ ਪੰਜਾਬ ਦਾ ਇੱਕ ਹੀ ਦੁਖੜਾ ਹੈ, that is falling ground water levels, right। now ਹੁਣ ਨਵੀਂ ਰਿਪੋਰਟ ਆਈ ਹੈ ਪੰਜਾਬ ਦੀ ਖੁਦ ਦੀ ਏਜੰਸੀ ਦੀ, ਕਿਆ ਕਹਿੰਦੀ ਹੈ ਰਿਪੋਰਟ, ਉਹਨੂੰ ਆਪਾਂ ਡਿਟੇਲ ਚ ਦੇਖਾਂਗੇ। ਪੀਡੀਐਸ ਚ ਰਿਫਾਰਮਸ ਕੀਤੇ ਜਾ ਰਹੇ ਆ, ਬਹੁਤ ਹੀ ਇੰਪੋਰਟੈਂਟ। ਪੀਡੀਐਸ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਇੰਡੀਆ ਦੇ ਬਹੁਤ ਸਾਰੀ ਵੱਡੀ ਪੋਪੂਲੇਸ਼ਨ ਨੂੰ ਸਪੋਰਟ ਕਰ ਰਿਹਾ ਹੈ, ਬਟ ਇਸ ਸਿਸਟਮ ਵਿੱਚ ਕਾਫੀ ਸਾਰੀ ਲੀਕੇजेस ਵੀ ਹੈ, ਉਹਨਾਂ ਨੂੰ ਪਲੱਗ ਕਰਨ ਲਈ ਨਵਾਂ ਇਨੀਸ਼ੀਏਟਿਵ ਲਿੱਤਾ ਜਾ ਰਿਹਾ ਹੈ। ਵੀ ਵਿਲ ਸੀ ਵਾਟ ਇਜ਼ ਇਟ। ਐਂਡ ਫਾਈਨਲੀ ਬਹੁਤ ਹੀ ਇੰਪੋਰਟੈਂਟ ਪ੍ਰੀਲਿਮਸ ਲਈ, Darba has made it to the list of UNESCO's cultural heritage. So we'll see that also in detail, right। ਅੱਗੇ ਵਧਣ ਤੋਂ ਪਹਿਲਾਂ ਪਲੀਜ਼, ਜੇ ਤੁਹਾਨੂੰ ਸਾਡਾ ਕੰਟੈਂਟ ਅੱਛਾ ਲੱਗਦਾ ਹੈ ਨਾ, ਤਾਂ ਪਲੀਜ਼ ਲਾਈਕ ਕਰੋ ਚੈਨਲ ਨੂੰ, ਕਮੈਂਟ ਕਰੋ, ਸਬਸਕ੍ਰਾਈਬ ਕਰੋ, ਹੋਰਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਸਾਨੂੰ ਅੱਗੇ ਵਧਣ ਦਾ ਮੌਕਾ ਮਿਲੇ, ਰਾਈਟ। ਲੈਟਸ ਸਟਾਰਟ ਵਿਦ ਦ ਫਰਸਟ ਨਿਊਜ਼ ਆਈਟਮ। NCRB ਰਿਪੋਰਟ ਫਾਈਂਡਿੰਗ टाइटल्ड क्राइम इन इंडिया 2022। ये याद रख सकते हो। देखो ये रिपोर्ट काफी इंपॉर्टेंट है, गवर्नमेंट की एजेंसी है, नेशनल क्राइम रिकॉर्ड ब्यूरो। ठीक है, जो भी फाइंडिंग देगी गवर्नमेंट अप्रूव्ड फाइंडिंग्स है, तो बहुत ही अच्छा सोर्स है टू कोट इन योर आंसर्स। ठीक है, सो ये जो इंपॉर्टेंट डाटाज है ਤੁਹਾਡੇ ਸਾਹਮਣੇ मैं प्रेजेंट कर रही हूँ, जो सारी रिपोर्ट का डाटा आया है ਉਸ ਚੋਂ जो की डाटाज है दैट आई विल बी शेयरिंग विद यू ਅੱਜ, ताकि ਉਹ ਤੁਸੀਂ ਆਨਸਰਸ 'ਚ ਯੂਜ਼ ਕਰ ਸਕੋ। ਸੋ ਸਭ ਤੋਂ ਪਹਿਲਾਂ ਡਰੱਗ ਸਮਗਲਿੰਗ ਨਾਲ ਰਿਲੇਟਡ ਪੰਜਾਬ ਲਈ ਇਹ ਬਹੁਤ ਇੰਪੋਰਟੈਂਟ ਹੈ, ਪੂਰੇ ਇੰਡੀਆ ਲਈ ਹੀ ਇੰਪੋਰਟੈਂਟ ਹੈ, ਬਟ ਜੋ ਪੰਜਾਬ ਪੀਸੀਐਸ ਚ ਕੁਐਸਚਨ ਜਾਂ ਐਸੇ ਡਰੱਗ ਤੇ ਆ ਸਕਦਾ ਹੈ, ਇਵਨ ਯੂਪੀਐਸਸੀ ਚ ਵੀ ਆ ਹੀ ਸਕਦਾ ਹੈ, ਤਾਂ ਉਸ ਚ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਸੋ ਐਨਸੀਆਰਬੀ ਦੀ ਫਾਈਂਡਿੰਗ ਕਿਆ ਕਹਿੰਦੀ ਹੈ? ਪੰਜਾਬ ਹੈਜ਼ ਦੀ ਹਾਈਐਸਟ ਨੰਬਰ ਆਫ ਡਰੱਗ ਸਮਗਲਿੰਗ ਕੇਸਿਸ। ਪੂਰੀ ਕੰਟਰੀ ਚ ਅਗਰ ਦੇਖਣਾ ਹੋਵੇ, ਸਾਰਿਆਂ ਨਾਲ ਜ਼ਿਆਦਾ ਡਰੱਗ ਸਮਗਲਿੰਗ ਦੇ ਕੇਸਿਸ ਪੰਜਾਬ ਵਿੱਚ ਪਾਏ ਜਾ ਰਹੇ ਨੇ। ਯੂ ਕੈਨ ਸੀ ਦੀ ਨੰਬਰਸ ਆਲਸੋ, ਪੰਜਾਬ ਫੋਲੋਡ ਬਾਈ यूपी एंड तमिलनाडु। ठीक है, इतने मतलब ड्रग ट्रैफिकिंग बहुत ज्यादा चल रही है, राइट। और भी डाटा है बट दिस इज नॉट ऑफ मच यूज, इसीलिए आई एम नॉट डिस्कसिंग, बट यू कैन रीड इट फॉर योर नॉलेज, राइट। ये याद रखना है, ड्रग स्मगलिंग के केसेस सब तो ज्यादा पंजाब च पाए जा रहे हैं। व्हेन यू आर राइटिंग अबाउट ड्रग प्रॉब्लम इन पंजाब, तद ये डाटा यूज कर सकते हैं, राइट। नाउ सुसाइड्स प्रिजनर्स ਦੇ ਇਸ਼ੂ ਆਪਾਂ ਕਾਫੀ ਜ਼ਿਆਦਾ ਡਿਸਕਸ ਕਰ ਰਹੇ ਹਾਂ। ਆਪਾਂ ਪਹਿਲਾਂ ਇੱਕ ਰਿਪੋਰਟ ਵੀ ਡਿਸਕਸ ਕੀਤੀ ਸੀ ਪ੍ਰਿਜ਼ਨਰ ਰਿਫਾਰਮ ਲਈ। ਪੰਜਾਬ ਪ੍ਰਿਜ਼ਨਰਸ ਦੇ ਲਈ ਹੈਲਥ ਪਲਾਨ ਵੀ ਲਾਂਚ ਕਰ ਰਿਹਾ ਹੈ ਜਲਦ ਹੀ। ਤੋਂ ਪ੍ਰਿਜ਼ਨਰਸ ਨਾਲ ਰਿਲੇਟਡ ਕਾਫੀ ਇਸ਼ੂਜ਼ ਚੱਲਦੇ ਰਹਿੰਦੇ ਹੈ। ਇਹ ਰਿਪੋਰਟ ਵੀ ਦੱਸ ਰਹੀ ਹੈ ਕਿ ਸੁਸਾइड्स इन पुलिस कस्टडी ਜਿਹੜੀ ਹੈ ਕਾਫੀ ਜ਼ਿਆਦਾ ਆਏ ਨੇ। ਤੇ ਅਗਰ ਪੰਜਾਬ ਚ ਤੁਸੀਂ ਸਪੈਸੀਫਿਕਲੀ ਦੇਖਣਾ ਹੋਵੇ, ਪੰਜਾਬ ਇਜ਼ ਰੈਂਕਡ ਸੈਕੰਡ ਇਨ ਸੁਸਾइड्स इन पुलिस कस्टडी, ਕਿ ਜਿਹੜੇ ਇਹ ਜੇ ਪ੍ਰਿਜ਼ਨਰਸ ਹੈ ਜਿਹੜੇ ਕਿ ਆਪਦੇ ਆਪ ਨੂੰ ਮਾਰ ਲੈਂਦੇ ਆ ਪੁਲਿਸ ਕਸਟਡੀ ਚ, ਠੀਕ ਹੈ, ਉਹ ਸੁਸਾइड ਕੀਤੇ ਜਾਂਦੇ ਆ ਤੇ ਹਮੇਸ਼ਾ ਸਸਪੈਕਟ ਰਹਿੰਦੇ ਆ ਕਿ ਕਦੀ ਪੁਲਿਸ ਨੇ ਖੁਦ ਤਾਂ ਨਹੀਂ ਮਾਰਤਾ ਐਂਡ ਦੈਨ ਉਹਨੂੰ ਸੁਸਾइड ਦਾ ਨਾਮ ਦੇ ਦਿੱਤਾ ਹੋਵੇ, ਤਾਂ ਕਰਕੇ ਸੀਰੀਅਸ ਨੰਬਰ ਹੁੰਦਾ ਹੈ। ਤੇ ਪੰਜਾਬ ਸੈਕੰਡ ਤੇ ਆ ਰਿਹਾ, ਤਾਂ ਕਾਫੀ ਸੀਰੀਅਸ ਸਿਚੁਏਸ਼ਨ ਹੈ, ਰਾਈਟ। ਪੰਜਾਬ ਤੋਂ ਬਾਅਦ
ਅਗਰ ਦੇਖਿਆ ਜਾਵੇ ਇਸ ਤੋਂ ਵੀ ਉੱਤੇ ਜਿਹੜਾ ਹੈ ਉਹ ਹੈ ਗੁਜਰਾਤ, ਰਾਈਟ। ਗੁਜਰਾਤ 'ਚ 8 ਸੁਸਾਈਡਸ ਇਹੋ ਜਿਹੇ ਦੇਖੇ ਗਏ ਜਦੋਂ ਐਨਸੀਆਰਬੀ ਨੇ ਅਸੈਸਮੈਂਟ ਕੀਤੀ, ਪੰਜਾਬ ਵਿੱਚ 6 ਸੁਸਾਈਡ ਐਸੇ ਦੇਖੇ ਗਏ, ਰਾਈਟ। ਉਹ ਤੋਂ ਬਾਅਦ ਡੈਥ ਆਫ ਕੌਪਸ, ਮਤਲਬ ਕਈ ਵਾਰ ਆਪਾਂ ਦੇਖਦੇ ਹਾਂ ਕਿ ਪੁਲਿਸ ਆਫਿਸਰਸ ਵੀ ਦੇ ਆਰ ਡਾਈਂਗ। ਤਾਂ ਇਹ ਰਿਪੋਰਟ ਕਹਿ ਰਹੀ ਹੈ ਕਿ ਮੋਸਟਲੀ ਤਾਂ ਸੁਸਾਈਡਸ ਹੁੰਦੇ ਨੇ, ਬਟ ਉਹਨਾਂ ਨੂੰ ਕਈ ਵਾਰ ਮਿਸਹੈਂਡਲਿੰਗ ਆਫ ਇਕਵਿਪਮੈਂਟ ਦਾ ਨਾਮ ਦੇ ਕੇ ਕਿ ਉਹ ਉਹਨਾਂ ਦਾ ਜਿਹੜਾ ਜਾਂ ਉਹਨਾਂ ਦਾ ਪਿਸਤੌਲ ਵਗੈਰਾ ਸੀ ਖਰਾਬ ਸੀ, ਉਹ ਐਕਸੀਡੈਂਟਲੀ ਮਰ ਗਏ, ਪਿਸਤੌਲ ਦੀ ਵਜ੍ਹਾ ਤੋਂ ਮਰ ਗਏ, ਇਹ ਕਹਿ ਦਿੱਤਾ ਜਾਂਦਾ ਹੈ। ਵਾਈ ਇਹ ਕਿਉਂ ਕੀਤਾ ਜਾਂਦਾ? ਤਾਂ ਕਿ ਫੈਮਿਲੀ ਨੂੰ ਕੰਪਨਸੇਸ਼ਨ ਵਗੈਰਾ ਮਿਲ ਸਕੇ। ਸੁਸਾਈਡ ਦੇ ਕੇਸਿਸ 'ਚ ਤੁਹਾਨੂੰ ਕੁਝ ਨਹੀਂ ਮਿਲਦਾ, ਠੀਕ ਹੈ, ਬਟ ਅਗਰ ਐਕਸੀਡੈਂਟ ਔਨ ਡਿਊਟੀ ਹੋਇਆ ਹੈ ਦੈਨ ਫੈਮਿਲੀ ਗੈਟਸ ਕੰਪਨਸੇਸ਼ਨ, ਰਾਈਟ। ਬਟ ਅਗੇਨ ਪੰਜਾਬ ਇਜ਼ ਦੀ ਟੌਪਰ again in the number of deaths of the cops, that is the police personnel that is happening in Punjab, ठीक है। ਉਸ ਤੋਂ ਬਾਅਦ ਕ੍ਰਾਈਮ ਰੇਟ, ਇਹ ਬਹੁਤ ਇੰਪੋਰਟੈਂਟ ਡਾਟਾ ਹੈ, ਪਲੀਜ਼ ਰਿਮੈਂਬਰ ਇਟ ਵੈਰੀ ਵੈਲ, ਸਾਰੇ ਕਿਤੇ ਯੂਜ਼ ਆਏਗਾ, ਐਸੇਜ਼, ਸੋਸਾਇਟੀ ਦੇ ਆਨਸਰਸ, ਐਥਿਕਸ ਦੇ ਆਨਸਰਸ, ਕੇਸ ਸਟੱਡੀਜ਼ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਆਏਗਾ। ਸੋ ਦ ਰਿਪੋਰਟ has shown ਕਿ ਕ੍ਰਾਈਮ ਰੇਟ ਜਿਹੜਾ ਡਿਫਰੈਂਟ ਸੈਕਸ਼ਨਸ ਆਫ ਦੀ ਸੋਸਾਇਟੀ ਦੇ ਅਗੇਂਸਟ ਇਨਕਰੀਜ਼ ਹੀ ਹੋ ਰਿਹਾ ਹੈ, ਕਿਸੇ ਦੇ ਅਗੇਂਸਟ ਡਿਕਰੀਜ਼ ਨਹੀਂ ਹੋ ਰਿਹਾ। ਵਿਮਨ ਦਾ ਦੇਖੋ ਤਾਂ ਕ੍ਰਾਈਮ ਰੇਟ ਜਿਹੜਾ ਹੈ 4% ਵੱਧ ਗਿਆ ਦੈਨ ਦੀ ਪ੍ਰੀਵੀਅਸ ਰਿਪੋਰਟ। ਚਿਲਡਰਨ ਦੇ ਅਗੇਂਸਟ ਕ੍ਰਾਈਮ ਆਲਮੋਸਟ 9% ਵੱਧ ਗਿਆ, ਸੀਨੀਅਰ ਸਿਟੀਜ਼ਨਸ ਦੇ ਅਗੇਂਸਟ ਵੀ 9.3% ਵੱਧ ਗਿਆ, ਐਸਸੀ ਕੈਟੇਗਰੀ ਦੇ ਲੋਕਾਂ ਦੇ ਅਗੇਂਸਟ ਕ੍ਰਾਈਮ 13.1% ਐਂਡ ਐਸਟੀਜ਼ ਦੇ ਅਗੇਂਸਟ 14.3%। ਬਹੁਤ ਹੀ ਕੰਸਰਨਿੰਗ ਨੰਬਰ ਹੈ। ਆਪਾਂ ਚਾਹ ਰਹੇ ਹਾਂ ਕਿ ਇੰਡੀਅਨ ਸੋਸਾਇਟੀ ਸੇਫ ਪਲੇਸ ਬਣੇ, ਬਟ ਇਟ ਇਜ਼ ਬਿਕਮਿੰਗ ਵਰਸ, ਕ੍ਰਾਈਮ ਇਜ਼ ਇਨਕਰੀਜ਼ਿੰਗ, ਰਾਈਟ। ਸੋ ਇਸ ਕੰਟੈਕਸਟ 'ਚ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਦਿੱਲੀ ਤੇ ਹਰਿਆਣਾ ਜਿਹੜੇ ਹੈ ਮੋਸਟ ਅਨਸੇਫ ਕਹੇ ਗਏ ਆ ਵਿਮਨ ਲਈ, ਇੱਥੇ ਕਾਫੀ ਜ਼ਿਆਦਾ ਇਨਸੀਡੈਂਟਸ ਪਾਏ ਜਾਂਦੇ ਆ। ਦਿੱਲੀ 'ਚ ਅਗਰ ਤੁਸੀਂ ਦੇਖੋ 144 ਆਲਮੋਸਟ ਇਨਸੀਡੈਂਟਸ ਪਰ ਲੱਖ ਵਿਮਨ ਰਿਪੋਰਟ ਕੀਤੇ ਗਏ ਨੇ। ਹਰਿਆਣਾ ਟੋਟਲ 'ਚ 118 ਜਾਂ 119 ਇਨਸੀਡੈਂਟਸ ਪਰ ਲੱਖ ਵਿਮਨ ਰਿਪੋਰਟ ਕੀਤੇ ਗਏ ਨੇ। ਤਾਂ ਇਹ ਕਾਫੀ ਅਨਸੇਫ ਪਲੇਸਿਸ ਹੈ ਟੂ ਬੀ ਅ ਵੂਮਨ, ਰਾਈਟ। ਉਸ ਤੋਂ ਬਾਅਦ ਨੈਕਸਟ ਬਹੁਤ ਇੰਪੋਰਟੈਂਟ ਡਾਟਾ ਜਿਹੜਾ ਇਹਨਾਂ ਨੇ ਦਿੱਤਾ ਹੈ, ਇਕਨੋਮਿਕ ਆਫੈਂਸਿਸ ਵੀ ਪੂਰੀ ਕੰਟਰੀ ਵਿੱਚ 11% ਦੇ ਅਰਾਊਂਡ ਵੱਧ ਰਹੇ ਨੇ। ਕਰਪਸ਼ਨ ਕੇਸਿਸ 11% ਦੇ ਅਰਾਊਂਡ ਵੱਧ ਰਹੇ ਨੇ, 10.5% ਦੇ ਅਰਾਊਂਡ ਵੱਧਦੇ ਨੇ। ਸਾਈਬਰ ਕ੍ਰਾਈਮ 24.4% ਇੰਕਰੀਜ਼ ਹੋ ਗਿਆ ਹੈ। ਇਹ ਬਹੁਤ ਇੰਪੋਰਟੈਂਟ ਡਾਟਾ ਹੈ। ਦੇਖੋ ਇਸ 'ਚ ਸਮਝਾਉਣ ਵਾਲਾ ਕੁਝ ਨਹੀਂ ਹੈ, ਇਸ ਲਈ ਮੈਂ ਕੁਝ ਇਲੈਬੋਰੇਟ ਨਹੀਂ ਕਰ ਪਾ ਰਹੀ। ਇਹ ਜਸਟ ਡੇਟਾ ਤੁਸੀਂ ਯੂਜ਼ ਕਰਨਾ ਹੈ ਵੈਨ ਯੂ ਆਰ ਪੁਟਿੰਗ ਅਕਰੋਸ ਅ ਪੁਆਇੰਟ। ਜਿਵੇਂ ਸਮਝ ਲਓ ਤੁਸੀਂ ਐਸੇ 'ਚ ਲਿਖਣਾ ਚਾਹ ਰਹੇ ਹੋ ਕਿ ਜੀ ਸਾਈਬਰ ਸਿਕਿਉਰਿਟੀ ਤੇ ਐਸੇ ਹੈ, ਤੇ ਤੁਸੀਂ ਕਹਿ ਰਹੇ ਹੋ ਕਿ ਸਾਈਬਰ ਕ੍ਰਾਈਮ ਬਹੁਤ ਵੱਧ ਰਿਹਾ ਹੈ। ਡੋਂਟ ਜਸਟ ਰਾਈਟ ਦਿਸ ਸੈਂਟੈਂਸ, ਠੀਕ ਹੈ। ਇਹ ਸਭ ਨੂੰ ਪਤਾ ਹੈ ਕਿ ਵੱਧ ਰਿਹਾ ਹੋਣਾ ਹੈ, ਮੇਬੀ ਵੱਧ ਰਿਹਾ ਹੈ, ਕੀ ਪਤਾ ਨਾ ਵੀ ਵੱਧ ਰਿਹਾ ਹੈ। ਤੁਸੀਂ ਕਹਿਤਾ ਤਾਂ ਮੰਨੂਗਾ ਥੋੜੀ ਐਗਜ਼ਾਮੀਨਰ। ਜਦੋਂ ਤੁਸੀਂ ਕਹੋਗੇ ਕਿ ਇਹ ਮੈਂ ਨਹੀਂ ਕਹਿ ਰਿਹਾ, ਇਹ ਐਨਸੀਆਰਬੀ ਦੀ ਲੇਟੈਸਟ 2020 ਦੀ ਕ੍ਰਾਈਮਸ ਇਨ ਇੰਡੀਆ ਰਿਪੋਰਟ ਕਹਿ ਰਹੀ ਹੈ ਕਿ ਸਾਈਬਰ ਕ੍ਰਾਈਮ 24.4% ਇੰਡੀਆ ਵਿੱਚ ਵੱਧ ਗਿਆ ਹੈ, then that your argument gets weight, ठीक है। your argument becomes logical, rational and supported, well supported with data। ਉੱਥੇ ਤੁਸੀਂ ਇਹ ਡਾਟਾ ਯੂਜ਼ ਕਰਨਾ ਹੈ। ਸੋ ਕੀਪ ਦਿਸ ਰਿਟਨ ਵਿਦ ਯੂ, ਠੀਕ ਹੈ। ਸੇਫੈਸਟ ਸਿਟੀ ਜਿਹੜੀ ਆਈ ਹੈ ਕੋਲਕਾਤਾ, ਠੀਕ ਹੈ। ਇਸ ਤੇ ਪ੍ਰੀਲਿਮਸ ਦਾ ਕੁਐਸਚਨ ਮੇ ਵੀ ਬਣ ਸਕੇ। ਐਨਸੀਆਰਬੀ ਦੇ ਅਕੋਰਡਿੰਗ ਜਿਹੜੀ ਸੇਫੈਸਟ ਸਿਟੀ ਇਮਰਜ ਹੋ ਕੇ ਆਈ ਹੈ, ਕੋਲਕਾਤਾ ਇਜ਼ ਦਾ ਸੇਫੈਸਟ ਸਿਟੀ। ਸਾਰਿਆਂ ਨਾਲੋਂ ਘੱਟ ਤੇ ਆਫੈਂਸਿਸ ਵਗੈਰਾ ਦੇਖੇ ਗਏ ਨੇ। ਓਵਰਆਲ ਅਗਰ ਇੰਡੀਆ 'ਚ ਸੁਸਾਈਡ ਦੇਖੋ ਤਾਂ ਕਾਫੀ ਜ਼ਿਆਦਾ ਸੁਸਾਈਡ ਵੱਧ ਰਹੇ ਨੇ। 1.5 ਲੱਖ ਤੋਂ ਵੀ ਜ਼ਿਆਦਾ ਸੁਸਾਈਡਸ 2022 ਇੱਕ ਸਾਲ ਦੇ ਵਿੱਚ ਰਿਪੋਰਟ ਕੀਤੇ ਗਏ, ਠੀਕ ਹੈ। ਹੁਣ ਇਹ ਸੁਸਾਈਡ ਕੁਝ ਵੀ ਹੋ ਸਕਦਾ ਹੈ, ਸਟੂਡੈਂਟਸ ਹੋ ਸਕਦੇ ਆ, ਪੜ੍ਹਨ ਵਾਲੇ ਬੱਚੇ ਸਟ੍ਰੈਸ ਕਰਕੇ, ਰੋਮਾਂਟਿਕ ਲਵਰਸ ਹੋ ਸਕਦੇ ਹੈ, ਸਟ੍ਰੈਸਫੁਲ ਕਰੀਅਰ ਵਾਲੇ ਲੋਕ ਹੋ ਸਕਦੇ ਹੈ, ਬਹੁਤ ਵੱਡੇ ਸੀਈਓਜ਼ ਵਗੈਰਾ ਵੀ ਹੁੰਦੇ ਆ ਜਿਹੜੇ ਸਟ੍ਰੈਸ ਨਹੀਂ ਹੈਂਡਲ ਕਰ ਪਾਉਂਦੇ, ਜਿਵੇਂ ਸੀਸੀਟੀਵੀ ਦੇ ਹੈਡ ਨੇ ਸੁਸਾਈਡ ਕੀਤਾ ਸੀ। ਐਂਡ ਉਸ ਤੋਂ ਬਾਅਦ ਵਨ ਲਾਰਜ ਪੋਰਸ਼ਨ ਜਿਹੜਾ ਇਹਨਾਂ ਸੁਸਾਈਡ 'ਚ ਹੁੰਦਾ ਹੈ ਉਹ ਹੈ ਡੇਲੀ ਵੇਜ ਅਰਨਰਸ, ਐਗਰੀਕਲਚਰਲ ਲੇਬਰਸ ਔਰ ਫਾਰਮਰਸ, ਠੀਕ ਹੈ। ਇਹਨਾਂ ਦੀ ਕਮਾਈ ਜਿਹੜੀ ਹੈ ਕਾਫੀ ਘੱਟ ਹੁੰਦੀ ਹੈ, ਇਕਨੋਮਿਕ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ, ਸੋਸ਼ਲ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ। ਤਾਂ ਐਨਸੀਆਰਬੀ ਨੇ ਕਿਹਾ ਹੈ ਕਿ 1/3 ਆਲਮੋਸਟ 1/3 ਇਹਨਾਂ 1.7 ਲੱਖ ਸੁਸਾਈਡਸ 'ਚੋਂ ਇਹਨਾਂ ਡੇਲੀ ਵੇਜ ਅਰਨਰਸ, ਐਗਰੀਕਲਚਰਲ ਲੇਬਰਸ ਤੇ ਫਾਰਮਰਸ 'ਚ ਹੀ ਦੇਖੇ ਗਏ, ਰਾਈਟ। ਸੋ ਇਹ ਵੀ ਡਾਟਾ ਯਾਦ ਰੱਖਣਾ ਹੈ, ਕੈਨ ਬੀ ਯੂਜ਼ਡ, ਰਾਈਟ। ਨੈਕਸਟ ਆ ਗਿਆ ਇੰਡੀਆ ਟੂ ਪ੍ਰੋਵਾਈਡ ਏਡ ਆਫ 250 ਮਿਲੀਅਨ ਲਾਈਨ ਆਫ ਕ੍ਰੈਡਿਟ ਟੂ ਕਿੰਨਿਆ, ਠੀਕ ਹੈ। तो देखो ਆਪਾਂ ਬਹੁਤ ਬਾਰ ਅਫਰੀਕਾ ਡਿਸਕਸ ਕਰ ਚੁੱਕੇ हैं। ਬ੍ਰੌਡਲੀ ਤੁਸੀਂ ਦੇਖੋ ਇੰਡੀਆ ਜਿਹੜਾ ਹੈ, ਇੰਡੀਆ
is building up its ties with Africa. ठीक है, अफ्रीका अपने लिए डिफरेंट वेज च इंपॉर्टेंट है, ਇਹਦੀ स्ट्रैटेजिक लोकेशन है, ਇਹਨਾਂ ਕੋਲ रिसोर्सेज बहुत ज़्यादा abundant है, गोल्ड, यूरेनियम, कोल, पेट्रोलियम, कॉफी, एग्रीकल्चरल रिसोर्सेज होवे, एग्रीकल्चरल लैंड होवे, दैट इज आल्सो abundant। तो अफ्रीका ਜਿਹੜਾ ਹੈ ਤੁਸੀਂ ਸਮਝ ਲਓ ਨੈਕਸਟ ਡੈਸਟੀਨੇਸ਼ਨ ਹੈ ਟੂ ਪੁੱਟ ਯੋਰ ਇਨਵੈਸਟਮੈਂਟਸ, ਟੂ ਗਰੋ ਯੋਰ ਇਨਵੈਸਟਮੈਂਟਸ। ਇਸੇ ਲਈ ਇੰਡੀਆ ਵੀ ਕਾਫੀ ਕੋਆਪਰੇਟ ਕਰ ਰਿਹਾ ਅਫਰੀਕਾ ਨਾਲ। ਇਹ ਆਪਣੀ ਡਿਫੈਂਸ ਇੰਡਸਟਰੀ ਨੂੰ ਵੀ ਵਧਾ ਸਕਦੇ ਨੇ, ਡਿਫੈਂਸ ਕੋਆਪਰੇਸ਼ਨ ਵੀ ਕਾਫੀ ਰਹਿੰਦੀ ਆ। ਅਸੀਂ ਕੋਈ ਵੀ ਟੈਕਨੋਲੋਜੀ, ਕੋਈ ਵੀ ਚੀਜ਼, ਕੋਈ ਵੀ ਪ੍ਰੋਡਕਟ ਹੋ, ਕੋਈ ਵੀ ਸਰਵਿਸ ਹੋ, ਵੀ ਕੈਨ ਸੈਲ ਆਲ ਆਫ that ਟੂ ਅਫਰੀਕਾ ਨਾਓ। ਸੋ ਇੰਡੀਆ ਲਈ ਅਫਰੀਕਾ ਬਹੁਤ ਇੰਪੋਰਟੈਂਟ ਕੰਟਰੀ ਬਣ ਜਾਂਦੀ ਹੈ। ਇਸੇ ਲਈ ਆਪਾਂ ਅਫਰੀਕਾ ਨਾਲ ਆਪਦੇ ਰਿਲੇਸ਼ਨਸ ਜਿਹੜੇ ਆ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਅਫਰੀਕਾ 'ਚ ਤੁਸੀਂ ਦੇਖੋ ਕਿ 54 ਕੰਟਰੀਜ਼ ਹੈ, 54 ਤੋਂ ਵੀ ਜ਼ਿਆਦਾ ਕੰਟਰੀਜ਼ ਹੈ, ਐਂਡ ਵੀ ਵਾਂਟ ਟੂ ਬਿਲਡ ਟਾਈਜ਼ ਵਿਦ ਆਲ ਆਫ ਦੋਜ਼ ਕੰਟਰੀਜ਼। ਇਸੇ ਲਈ ਆਪਾਂ ਦੇਖੋ ਪਿਛਲੇ ਮਹੀਨੇ ਆਈ ਥਿੰਕ ਇੰਡੀਆ ਤੰਜ਼ਾਨੀਆ ਦੇ ਟਾਈਜ਼ ਡਿਸਕਸ ਕੀਤੇ ਸੀ, ਪਿਛਲੇ ਮਹੀਨੇ ਜਾਂ ਪਿਛਲੇ ਤੋਂ ਪਿਛਲੇ ਮਹੀਨੇ ਮੇ ਵੀ ਇੰਡੀਆ ਤੰਜ਼ਾਨੀਆ ਦੇ ਐਗਰੀਮੈਂਟਸ ਡਿਸਕਸ ਕੀਤੇ ਸੀ। ਐਂਡ ਟੁਡੇ ਵੀ ਆਰ ਸੀਇੰਗ ਕਿ ਇੰਡੀਆ ਇਜ਼ ਟ੍ਰਾਈਂਗ ਟੂ engage with ਕੀਨੀਆ। ਕੀਨੀਆ ਨੂੰ ਆਪਾਂ ਲਾਈਨ ਆਫ ਕ੍ਰੈਡਿਟ ਦੇ ਰਹੇ ਹਾਂ $250 ਦੀ, ਮਿਲੀਅਨ ਡਾਲਰ ਦੀ, ਸੌਰੀ ਮਿਲੀਅਨ ਡਾਲਰ ਦੀ, ਠੀਕ ਹੈ, ਤਾਂ ਕਿ ਉਹ ਆਪਦੇ ਐਗਰੀਕਲਚਰ ਸੈਕਟਰ ਨੂੰ ਮਾਡਰਨਾਈਜ਼ ਕਰ ਸਕਣ। ਰਾਈਟ, ਇੰਡੀਆ ਨੂੰ ਕੀ ਫਾਇਦਾ ਹੁੰਦਾ ਹੈ? ਸੌਫਟ ਪਾਵਰ ਬਿਲਡ ਕਰੇ, ਇੰਡੀਆ ਦੇ ਬਿਜ਼ਨੈਸਿਸ ਇੱਥੇ ਪ੍ਰਮੋਟ ਹੋਣ, ਇੰਡੀਆ ਦੇ ਡਾਇਸਪੋਰਾ ਇੱਥੇ ਪ੍ਰਮੋਟ ਹੋਵੇ ਫॉर ਵੇਰੀਅਸ ਪਰਪਸਿਸ। ਠੀਕ ਹੈ, ਸੋ ਇਸੇ ਲਈ ਇਹ ਇੰਪੋਰਟੈਂਟ ਹੈ। ਇਹ ਅਗਰੀਮੈਂਟ ਅਗੇਨ ਲਿਖ ਕੇ ਰੱਖੋ ਤੰਜ਼ਾਨੀਆ ਵਾਲੇ ਨਾਲ। ਜਦੋਂ ਵੀ ਤੁਹਾਨੂੰ ਆਊਗਾ ਕੁਐਸਚਨ, ਮੋਸਟਲੀ ਇੰਡੀਆ ਅਫਰੀਕਾ ਟਾਈਸ ਤੇ ਜ਼ਿਆਦਾ ਆਏਗਾ। ਇੱਕ ਅਫਰੀਕਨ ਕੰਟਰੀ ਤੇ ਡਾਇਰੈਕਟਲੀ ਮੇ ਵੀ ਨਾ ਪੁੱਛਿਆ ਜਾਵੇ, ਜ਼ਿਆਦਾਤਰ ਇੰਡੀਆ ਅਫਰੀਕਾ ਦਾ ਰਿਲੇਸ਼ਨ ਪੁੱਛਿਆ ਜਾਏਗਾ। ਉਸ 'ਚ ਤੁਸੀਂ ਥੀਸ ਐਜ਼ ਐਗਜ਼ਾਮਪਲਸ ਯੂਜ਼ ਕਰ ਸਕਦੇ ਹੋ ਕਿ ਅਸੀਂ ਤੰਜ਼ਾਨੀਆ ਨਾਲ ਰੀਸੈਂਟਲੀ ਅਗਰੀਮੈਂਟ ਸਾਈਨ ਕੀਤਾ, ਕੀਨੀਆ ਨਾਲ ਕੀਤਾ। ਰਾਈਟ, ਦੈਟ ਇਜ਼ ਹਾਊ ਯੂ ਕੈਨ ਯੂਜ਼ ਦਿਸ ਨਿਊਜ਼ ਆਈਟਮ। ਰਾਈਟ, ਨੈਕਸਟ ਹੈਗਾ ਹੈ ਸਾਈਕਲੋਨ ਮਿਸ਼ੋਂਗ। ਸੋ ਚੇन्नई 'ਚ ਆਪਾਂ ਇੰਨੇ ਫਲੱਡਸ ਦੇਖ ਰਹੇ ਹਾਂ। ਵੈਸੇ ਤਾਂ ਬਹੁਤ ਸਾਰੇ ਕਾਰਨ ਹੈ ਚੇन्नई 'ਚ ਫਲੱਡਿੰਗ ਹੋਣ ਦੇ। ਅਰਬਨ ਮੈਨੇਜਮੈਂਟ ਬਹੁਤ ਜ਼ਿਆਦਾ ਪੂਅਰ ਹੈ, ਉਹਨਾਂ ਦੀ ਪ੍ਰਿਪੇਅਰਡਨੈਸ ਬਹੁਤ ਜ਼ਿਆਦਾ ਪੂਅਰ ਹੈ। ਤੁਸੀਂ ਦੇਖੋ ਉੜੀਸਾ ਇਜ਼ ਆਲਸੋ ਅ ਈਸਟਰਨ ਸਟੇਟ ਜਿਹੜੀ ਕਿ ਬਹੁਤ ਹੀ ਜ਼ਿਆਦਾ ਵਲਨਰੇਬਲ ਲੈਂਦੀ ਹੈ ਸਾਈਕਲੋਨ ਇਵੈਂਟਸ ਨੂੰ, ਬਟ ਉਹਨਾਂ ਨੇ ਆਪਦੇ ਆਪ ਨੂੰ ਇੰਨਾ ਅੱਛਾ ਪ੍ਰਿਪੇਅਰ ਕੀਤਾ ਹੈ। ਅਰਲੀ ਵਾਰਨਿੰਗ ਸਿਸਟਮਸ ਹੈ, ਸ਼ੈਲਟਰਸ ਨੇ, ਪਹਿਲਾਂ ਹੀ ਲੋਕਾਂ ਨੂੰ ਇਵੈਕੂਏਟ ਕਰਕੇ ਸੇਫ ਜਗ੍ਹਾਵਾਂ ਤੇ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਕਿ ਅਗਰ ਸਾਈਕਲੋਨ ਆਵੇ ਵੀ ਤਾਂ ਉਨੀ ਡਿਸਟਰਕਸ਼ਨ ਨਾ ਹੋਵੇ। ਬਟ ਦਿਸ ਚੇन्नई, these people they are not preparing them very well। ਇਸੇ ਲਈ ਤੁਸੀਂ ਦੇਖੋ ਕਿ ਫਲੱਡਿੰਗ ਰਿਪੀਟਡਲੀ ਇੰਨੀ ਜ਼ਿਆਦਾ ਹੋ ਰਹੀ ਹੈ। ਰਾਈਟ, ਸੋ ਆਪਾਂ ਨੇ ਇੱਥੇ ਬੇਸਿਕਲੀ ਇਹ ਸਾਈਕਲੋਨ ਬਾਰੇ ਯਾਦ ਰੱਖਣਾ ਹੈ। ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿੱਥੇ ਆਇਆ, ਕਿਵੇਂ ਆਇਆ, ਕਿੱਥੇ ਓਰੀਜਿਨੇਟ ਹੋਇਆ। ਬੇ ਆਫ ਬੰਗਾਲ ਵਿੱਚੋਂ ਓਰੀਜਿਨੇਟ ਹੋ ਕੇ ਚੇन्नई ਵੱਲ ਗਿਆ। ਚੇन्नई ਤੋਂ ਉੱਤੇ ਆਂਧਰਾ ਪ੍ਰਦੇਸ਼ ਦੇ ਏਰੀਆਜ਼ ਨੂੰ ਵੀ ਇਹਨੇ ਇੰਪੈਕਟ ਕੀਤਾ ਹੈ ਹਜੇ ਤੱਕ। ਠੀਕ ਹੈ, ਸੋ ਇਹ ਇਸ ਤਰੀਕੇ ਨਾਲ ਪ੍ਰੀਲਿਮਸ 'ਚ ਕੰਮ ਆ ਸਕਦਾ ਹੈ। Now again personality based prelims ਲਈ important ਹੈ। This is a prominent personality, ਇਹਨਾਂ ਦਾ ਨਾਮ ਹੈ ਮਨੋਹਰ ਸਿੰਘ ਗਿੱਲ। ਇਹ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਰਹਿ ਚੁੱਕੇ ਨੇ। ਇਹਨਾਂ ਦਾ ਇੰਪੋਰਟੈਂਟ ਰੋਲ ਕਿਆ ਹੈ? ਐਜ਼ ਅ ਚੀਫ ਇਲੈਕਸ਼ਨ ਕਮਿਸ਼ਨਰ ਇਹਨਾਂ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ ਦਾ ਵੀ ਸਥਾਪਨਾ ਕਰਨ 'ਚ ਤੁਸੀਂ ਕਹਿ ਸਕਦੇ ਹੋ ਬਹੁਤ ਵੱਡਾ ਰੋਲ ਨਿਭਾਇਆ ਹੈ, ਤੁਸੀਂ ਕਹਿ ਸਕਦੇ ਹੋ। ਇਸ ਤੋਂ ਪਹਿਲਾਂ ਆਪਾਂ ਬੈਲਟ ਪੇਪਰਸ ਯੂਜ਼ ਕਰਦੇ ਸੀ, ਇਫ ਯੂ ਨੋ ਬੈਲਟ ਬਾਕਸਿਸ ਐਂਡ ਬੈਲਟ ਪੇਪਰਸ। ਇੱਕ ਕਾਰਡਬੋਰਡ ਵਾਲਾ ਡੱਬਾ ਹੁੰਦਾ ਸੀ ਜਾਂ ਪਲਾਸਟਿਕ ਦਾ ਡੱਬਾ, ਵਟਐਵਰ ਦੈਟ ਕੈਨ ਬੀ, ਬੈਲਟ ਬਾਕਸ ਇਹਨੂੰ ਕਹਿੰਦੇ ਸੀ। ਲੋਕ ਕਿਆ ਕਰਦੇ ਸੀ, ਬੈਲਟ ਪੇਪਰ ਹੋਏਗਾ ਉਸ ਤੇ ਸਟੈਂਪ ਲਗਾਉਂਦੇ ਸੀ, ਜਿਹੜੀ ਵੀ ਪਾਰਟੀ ਨੂੰ ਉਹਨਾਂ ਨੇ ਵੋਟ ਕਰਨਾ ਹੈ, ਇੱਥੇ ਪੂਰੀ ਲਿਸਟ ਹੋਏਗੀ। ਦੇ ਵਿਲ ਸਟੈਂਪ ਦ ਨੇਮ ਦੇ ਵਾਂਟ ਟੂ ਵੋਟ ਫॉर ਐਂਡ ਦੇ ਵਿਲ ਪੁੱਟ ਦਿਸ ਇਨ ਦਿਸ ਬਾਕਸ। ਤੇ ਇਹਦੇ ਕਰਕੇ ਕਿਆ ਹੁੰਦੀ ਸੀ, ਬੂਥ ਰਿਗਿੰਗ ਵਗੈਰਾ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਸੀ। ਬੈਲਟ ਬਾਕਸ ਰਿਗਿੰਗ ਕੀ ਕਰਦੇ ਸੀ ਲੋਕ, ਇਹੋ ਜਿਹੇ ਬੜੇ ਸਟੈਂਪ ਪੇਪਰ ਬਾਹਰੋਂ ਜਿਹੜੇ ਗੁੰਡੇ ਵਗੈਰਾ ਹੁੰਦੇ ਸੀ ਆ ਕੇ ਇਸ 'ਚ ਮਾਰ ਪਾ ਦਿੰਦੇ ਸੀ, ਤਾਂ ਤੁਸੀਂ ਕੀ ਕਰੋਗੇ, ਇਲੈਕਸ਼ਨ ਫੇਲੀਅਰ ਹੋ ਜਾਂਦਾ ਸੀ। ਪੂਰਾ ਬਾਕਸ ਹੀ ਜਦੋਂ ਕੰਟੈਮੀਨੇਟ ਟਾਈਪਸ ਹੋ ਗਿਆ। ਰਾਈਟ, ਇਹ ਜੇ ਤੁਸੀਂ ਬਹੁਤ ਸਾਰੀ ਪੁਰਾਣੀ ਪਿਕਚਰਾਂ ਜਾਂ ਅਮਿਤਾਭ ਬੱਚਨ ਵਗੈਰਾ ਦੀ ਪਿਕਚਰਾਂ 'ਚ ਦੇਖਿਆ ਹੋਣਾ, ਪਹਿਲਾਂ ਇਹ ਸਿਸਟਮ ਚੱਲਦਾ ਸੀ। ਬਟ ਦੈਨ ਵੀ transition to the electronic system, that is EVM। ਰਾਈਟ, TN ਸੈਸ਼ਨ ਨਾਮ ਦੇ ਸਾਡੇ ਚੀਫ ਇਲੈਕਸ਼ਨ ਕਮਿਸ਼ਨਰ ਰਹੇ ਆ, ਉਹਨਾਂ ਦਾ ਵੀ ਬਹੁਤ ਇੰਪੋਰਟੈਂਟ ਰੋਲ ਸੀ EVMs ਨੂੰ ਸਕਸੈਸਫੁਲ ਬਣਾਉਣ 'ਚ। ਉਵੇਂ ਹੀ ਮਨੋਹਰ ਸਿੰਘ ਗਿੱਲ ਜੋ ਨੇ ਇਹ ਪਾਸ ਆਊਟ ਹੋ ਗਏ ਨੇ, ਇਹਨਾਂ ਨੇ ਵੀ EVM ਮਸ਼ੀਨਸ ਇੰਟਰੋਡਿਊਸ ਕਰਨ 'ਚ, ਰਨ ਕਰਨ 'ਚ ਕਾਫੀ ਵੱਡਾ ਰੋਲ ਨਿਭਾਇਆ ਹੈ ਇੰਡੀਆ ਦੇ ਵਿੱਚ। ਐਂਡ ਇਹ ਇੰਡੀਆ ਦੇ ਯੂਥ ਤੇ ਸਪੋਰਟਸ ਮਿਨਿਸਟਰ ਵੀ ਕੁਝ ਸਮੇਂ ਲਈ ਰਹਿ ਚੁੱਕੇ ਨੇ। ਠੀਕ ਹੈ, ਸੋ ਕਦੀ ਕਦੀ ਪੋਸਿਬਿਲਿਟੀ ਹੁੰਦੀ ਆ ਪਰਸਨੈਲਿਟੀ ਬੇਸਡ ਕੁਐਸਚਨ ਆਉਣ ਦੀ। ਇਫ ਯੂ ਵਾਂਟ ਟੂ ਰਿਮੈਂਬਰ, ਯੂ ਕੈਨ ਰਿਮੈਂਬਰ these personalities that I discussed with you, otherwise you can skip it also।
Now, Punjab ਦੀ ਸਭ ਤੋਂ ਵੱਡੀ ਪ੍ਰੋਬਲਮ ਵਾਟਰ ਇਸ਼ੂਜ਼। ਸੋ ਦਿਸ ਨਿਊਜ਼ ਆਈਟਮ ਇਜ਼ ਸੇਇੰਗ PSPCL ਦੀ ਨਵੀਂ ਰਿਪੋਰਟ। PSPCL ਦਾ ਮਤਲਬ ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਲਿਮਿਟਿਡ। ਠੀਕ ਹੈ, ਹੁਣ ਪੰਜਾਬ ਡਿਨਾਈ ਵੀ ਨਹੀਂ ਕਰ ਸਕਦਾ, ਇਹਦੀ ਖੁਦ ਦੀ ਏਜੰਸੀ ਨੇ ਰਿਪੋਰਟ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕੋਆਪਰੇਸ਼ਨ ਲਿਮਿਟਿਡ ਅੱਛੀ ਰਿਪੋਰਟ ਹੈ, ਇਹਨੂੰ ਯੂਜ਼ ਕਰ ਸਕਦੇ ਹੋ, ਪਲੀਜ਼ ਇਹਨੂੰ ਲਿਖ ਕੇ ਰੱਖੋ, ਸਪੈਸ਼ਲੀ ਪੰਜਾਬ ਦੇ ਸਟੂਡੈਂਟਸ। ਸੋ ਇਹ ਰਿਪੋਰਟ ਕਿਆ ਕਹਿੰਦੀ ਹੈ ਕਿ ਪੰਜਾਬ ਵਿੱਚ ਟਿਊਬਵੈਲਸ ਦੀ ਡੈਂਸਿਟੀ ਵਧਣ ਕਰਕੇ ਗਰਾਊਂਡ ਵਾਟਰ ਡਿੱਗ ਰਿਹਾ ਹੈ। ਜਿੰਨੇ ਜ਼ਿਆਦਾ ਟਿਊਬਵੈਲਸ ਉਨਾ ਜ਼ਿਆਦਾ ਮਤਲਬ ਹੈ ਕਿਸਾਨ ਜਿਹੜਾ ਹੈ ਪਾਣੀ ਐਕਸਟਰੈਕਟ ਕਰ ਰਿਹਾ ਹੈ। ਜਦੋਂ ਆਪਾਂ ਗਰਾਊਂਡ ਚੋਂ, ਮੈਂ ਪਹਿਲਾਂ ਵੀ ਤੁਹਾਨੂੰ ਕਨਸੈਪਟ ਸਮਝਾਇਆ ਸੀ, ਸਾਡਾ ਐਕਸਟਰੈਕਸ਼ਨ ਜਿਹੜੀ ਹੈ ਗਰਾਊਂਡ ਵਾਟਰ ਦੀ ਉਹ ਬਹੁਤ ਜ਼ਿਆਦਾ ਵੱਧ ਰਹੀ ਹੈ। ਰਿਚਾਰਜ ਜਿਹੜਾ ਗਰਾਊਂਡ ਵਾਟਰ ਦਾ ਉਹ ਬਹੁਤ ਜ਼ਿਆਦਾ ਘੱਟ ਹੈ। ਅਲਟੀਮੇਟਲੀ ਬਾਹਰ ਆउटपुट बहुत ज्यादा है, इनपुट बहुत घट है, इसीलिए ग्राउंड वाटर लेवल्स ਜਿਹੜੇ ਆ ਕੰਟੀਨਿਊਸਲੀ ਫਾਲ ਕਰ ਰਹੇ ਹੈ। ਅਗਰ ਸਾਡੇ ਕੋਲ ਪਹਿਲਾਂ ਇੰਨਾ ਪਾਣੀ ਸੀ, ਹੁਣ ਅਸੀਂ ਕੱਢ ਰਹੇ ਹਾਂ ਰੈਪਿਡਲੀ, ਬਟ ਐਡ ਜਾਂ ਰੀਸਟੋਰ ਨਹੀਂ ਕਰ ਪਾ ਰਹੇ ਹਾਂ ਉਨੀ ਰੇਟ ਤੇ, ਇਸੇ ਲਈ ਸਾਡਾ ਗਰਾਊਂਡ ਵਾਟਰ ਜਿਹੜਾ ਹੈ ਇਸ ਤਰੀਕੇ ਤੱਕ ਪਹੁੰਚ ਰਿਹਾ ਹੈ। ਇਹ ਆਪਣੇ ਲਈ ਬਹੁਤ ਹੀ ਪ੍ਰੋਬਲਮ ਵਾਲੀ ਸਿਚੁਏਸ਼ਨ ਹੈ, ਰਾਈਟ। ਹੁਣ ਇਹ ਹੋ ਕਿਉਂ ਰਿਹਾ ਹੈ? ਕਿਉਂਕਿ ਅਸੀਂ ਟਿਊਬਵੈਲਸ ਜਿਹੜੇ ਆ ਵਧਾਈ ਜਾ ਰਹੇ ਹਾਂ, ਕਿਸਾਨ ਜਿਹੜਾ ਹੈ ਖੇਤੀ ਦੇ ਵਿੱਚ ਯੂਜ਼ ਕਰਨ ਲਈ ਟਿਊਬਵੈਲਸ ਵੱਧਦੇ ਜਾ ਰਹੇ ਨੇ। 14 ਲੱਖ ਅਪਰੋਕਸੀਮੇਟ ਜਿਹੜੇ ਪੰਜਾਬ ਵਿੱਚ ਟਿਊਬਵੈਲਸ ਕਰੰਟਲੀ ਐਗਜ਼ਿਸਟ ਕਰ ਰਹੇ ਨੇ। ਰਿਪੋਰਟ ਦਾ ਕਹਿਣਾ ਹੈ ਕਿ ਐਵਰੇਜ ਪਾਵਰ ਸਬਸਿਡੀ ਹਰ ਕਿਸਾਨ ਨੂੰ 10,000 ਰੁਪਇਆ ਪਰ ਏਕੜ ਪਰ ਸਾਲ ਮਿਲ ਰਹੀ ਹੈ। ਤੇ ਜਿਹੜੇ ਜ਼ਿਲ੍ਹੇ, ਜਿਹੜੇ ਏਰੀਆਜ਼ ਬਹੁਤ ਜ਼ਿਆਦਾ ਇਫੈਕਟਡ ਨੇ, ਜਿਵੇਂ ਕਿ ਸੰਗਰੂਰ, ਬਰਨਾਲਾ, ਪਟਿਆਲਾ, ਇਹਨਾਂ ਵਿੱਚ ਤਾਂ ਸਬਸਿਡੀ ਰੇਟ ਇਹ ਤੋਂ ਵੀ ਜ਼ਿਆਦਾ ਹੈ, 20,000 ਪਰ ਏਕੜ ਪਰ ਐਨਮ ਮਿਲ ਰਿਹਾ ਹੈ। ਇਸੇ ਲਈ ਇਹਨਾਂ ਦੀ ਹਾਲਤ ਵੀ ਜ਼ਿਆਦਾ ਬੁਰੀ ਹੈ। ਇੱਥੇ ਜ਼ਿਆਦਾ ਟਿਊਬਵੈਲਸ ਫੰਕਸ਼ਨ ਕਰ ਰਹੇ ਨੇ, ਵੇਸਟੇਜ ਆਫ ਵਾਟਰ ਜ਼ਿਆਦਾ ਹੋ ਰਹੀ ਹੈ, ਅਨਚੈਕਡ ਯੂਜ਼ ਆਫ ਵਾਟਰ ਜ਼ਿਆਦਾ ਹੋ ਰਿਹਾ ਹੈ, ਰਾਈਟ। ਇਵਨ ਅਗਰ ਤੁਸੀਂ ਸੈਂਟਰਲ ਗਰਾਊਂਡ ਵਾਟਰ ਅਸੈਸਮੈਂਟ ਬੋਰਡ ਦੀ ਰਿਪੋਰਟ ਦੇਖੋ, ਜਿਹਨੇ ਗਰਾਊਂਡ ਵਾਟਰ ਨੂੰ ਅਸੈਸ ਕੀਤਾ ਸੀ, ਗਰਾਊਂਡ ਵਾਟਰ ਦੇ ਬਲਾਕਸ ਬਣਾ ਲਿੱਤੇ ਜਾਂਦੇ ਨੇ, ਠੀਕ ਹੈ, ਥੋੜੇ ਥੋੜੇ ਰੀਜਨਸ 'ਚ ਅਸੈਸ ਕੀਤਾ ਜਾਂਦਾ ਹੈ। 150 ਇਹੋ ਜਿਹੇ ਬਲਾਕਸ ਇਹਨਾਂ ਨੇ ਅਸੈਸ ਕੀਤੇ ਸੀ, ਉਸ ਚੋਂ 76% ਤੋਂ ਜ਼ਿਆਦਾ 114 ਬਲਾਕ ਜਿਹੜੇ ਆ ਓਵਰ ਐਕਸਪਲੋਇਟਡ ਕੰਡੀਸ਼ਨ ਵਿੱਚ ਨੇ, ਰਾਈਟ। ਐਂਡ ਬਹੁਤ ਸਾਰੇ ਜਿਹੜੇ ਆ ਉਹ ਕ੍ਰਿਟੀਕਲ, ਸੈਮੀ ਕ੍ਰਿਟੀਕਲ ਕੰਡੀਸ਼ਨ 'ਚ ਵੀ ਨੇ, ਰਾਈਟ। ਸੋ ਇਹ ਡਾਟਾ ਨੂੰ ਪਲੀਜ਼ ਲਿਖ ਕੇ ਰੱਖੋ। ਫਰਸਟਲੀ ਆ PSPCL ਦੀ ਫਾਈਂਡਿੰਗਸ, ਗਰਾਊਂਡ ਵਾਟਰ ਅਸੈਸਮੈਂਟ ਰਿਪੋਰਟ ਦੀ ਫਾਈਂਡਿੰਗਸ, ਐਂਡ ਥਰਡਲੀ ਇੱਕ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਾਹਮਣੇ ਪ੍ਰੈਜ਼ੈਂਟ ਕੀਤੀ ਗਈ ਸੀ। ਇਹ ਕਹਿ ਰਿਹਾ ਕਿ ਅਗਰ ਪੈਡੀ ਦੀ ਪਲਾਂਟੇਸ਼ਨ ਹਫਤਾ ਵੀ ਡੀਲੇ ਕਰ ਦਈਏ ਨਾ, ਤਾਂ ਇੰਨਾ ਪਾਣੀ ਦੀ ਸੇਵਿੰਗ ਹੋਏਗੀ ਕਿ ਪੂਰੇ ਪੰਜਾਬ ਦੀ 3 ਕਰੋੜ ਪੋਪੂਲੇਸ਼ਨ ਨੂੰ 3.5 ਸਾਲ ਲਈ ਆਪਾਂ ਉਹਦੀ ਵਾਟਰ ਨੀਡਸ ਨੂੰ ਫੁਲਫਿਲ ਕਰ ਸਕਦੇ ਹਾਂ। ਸੋਚੋ ਤੁਸੀਂ, ਇੱਕ ਹਫਤਾ ਵੀ ਅਗਰ ਆਪਾਂ ਪੈਡੀ ਦੀ ਪਲਾਂਟੇਸ਼ਨ ਡੀਲੇ ਕਰ ਦਈਏ, ਇੰਨਾ ਵਾਟਰ ਸੇਵ ਹੋਊ ਕਿ ਤੁਸੀਂ 3.5 ਸਾਲ ਤੱਕ ਪੂਰੇ ਪੰਜਾਬ ਨੂੰ ਪਾਣੀ ਪਿਆ ਸਕਦੇ ਹੋ, ਰਾਈਟ। 3 ਕਰੋੜ ਦੀਆਂ ਜਿੰਨੀ ਵੀ ਨੀਡਸ ਹੈ, ਸਿਰਫ ਪਾਣੀ ਪਿਆਣਾ ਹੀ ਨਹੀਂ, 3 ਕਰੋੜ ਦੀ ਪੋਪੂਲੇਸ਼ਨ ਦੀ ਜਿੰਨੀ ਨੀਡਸ ਹੈ 3.5 ਸਾਲ ਲਈ, ਉਹ ਤੁਸੀਂ ਇੱਕ ਹਫਤੇ ਦੇ ਪਾਣੀ ਬਚਾਉਣ ਨਾਲ ਹੀ ਕਰ ਸਕਦੇ ਹੋ ਫੁਲਫਿਲ। ਬਹੁਤ ਹੀ ਐਸਟੋਨਿਸ਼ਿੰਗ ਡਾਟਾ ਹੈ, ਲਿਖ ਕੇ ਰੱਖੋ ਇਹਨੂੰ ਪਲੀਜ਼, ਐਸਐਸ 'ਚ ਯੂਜ਼ ਕਰਨਾ, ਬਹੁਤ ਹੀ ਅੱਛੇ ਪੁਆਇੰਟਸ ਤੁਹਾਨੂੰ ਦਿਲਾਵੇਗਾ, ਰਾਈਟ। ਸੋ ਇਹ ਪੂਰਾ ਡਾਟਾ ਲਿਖ ਕੇ ਰੱਖੋ, ਬਹੁਤ ਕੰਮ ਆਏਗਾ ਤੁਹਾਨੂੰ ਮੇਨਸ ਦੇ ਐਸਏਜ਼ ਆਨਸਰਸ ਲਿਖਣ 'ਚ। ਨਾਓ ਨੈਕਸਟ, PDS ਬਹੁਤ ਇੰਪੋਰਟੈਂਟ ਸਕੀਮ ਹੈ, ਐਜ਼ ਆਈ ਟੋਲਡ ਯੂ। ਸਪੈਸ਼ਲੀ ਇੰਡੀਆ ਦੇ ਵਿੱਚ ਬਹੁਤ ਸਾਰੀ ਹੰਗਰ ਪ੍ਰੋਬਲਮ ਕਾਫੀ ਜ਼ਿਆਦਾ ਐਕਿਊਟ ਹੈ, ਤਾਂ ਲੋਕਾਂ ਤੱਕ ਖਾਣਾ ਪਹੁੰਚਾਉਣ ਲਈ PDS ਇੱਕ ਬਹੁਤ ਅੱਛਾ ਜ਼ਰੀਆ ਹੈ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਜਿੱਥੇ ਸਸਤੇ ਦਾਮਾਂ ਤੇ ਅਨਾਜ ਜਿਹੜਾ ਹੈ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ। ਬਟ ਇਸ 'ਚ ਦੇਖੋ ਕਾਫੀ ਸਾਰੀ ਲੀਕੇजेस ਹੁੰਦੀਆਂ ਹੈ। ਜਿਹੜਾ ਅਨਾਜ ਬਣਿਆ ਹੁੰਦਾ ਲੋਕਾਂ ਲਈ, ਉਹ ਜਿਹੜਾ ਹੈ ਓਪਨ ਮਾਰਕੀਟ 'ਚ ਸੇਲ ਹੋ ਜਾਂਦਾ ਹੈ, ਗੋਸਟ ਬੈਨੀਫਿਸ਼ਰੀਜ਼ ਹੁੰਦੇ ਆ, ਪੂਅਰ ਕੁਆਲਿਟੀ ਹੁੰਦੀ ਹੈ, ਕਾਫੀ ਸਾਰੇ ਇਸ਼ੂਜ਼ ਇਹ PDS ਸਿਸਟਮ ਫੇਸ ਕਰਦਾ ਹੈ। ਤਾਂ ਉਹਨਾਂ ਇਸ਼ੂਜ਼ ਨੂੰ ਸੋਲਵ ਕਰਨ ਲਈ ਹੀ ਗਵਰਨਮੈਂਟ ਕਿਆ ਕਰ ਰਹੀ ਹੈ, ਟੈਕਨੋਲੋਜੀ ਯੂਜ਼ ਕਰਕੇ PDS ਨੂੰ ਰਿਫਾਰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। So that is why Smart PDS initiative with 350 crore budget is being introduced. This just scheme for modernization and reforms through technology. Technology use करके PDS ਨੂੰ strengthen ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਇਹ ਲੀਕੇजेस, ਕਰਪਸ਼ਨ ਜਿਹੜੀ ਹੈ ਇਹਨੂੰ ਘਟਾਇਆ ਜਾ ਸਕੇ with the use of technology. ਠੀਕ ਹੈ, ਪੂਰਾ ਗਵਰਨਮੈਂਟ ਦੇ ਗੋਡਾਊਨ ਤੋਂ ਲੈ ਕੇ ਐਂਡ ਯੂਜ਼ਰ ਤੱਕ ਟੈਕਨੋਲੋਜੀ ਨਾਲ PDS ਨੂੰ ਸਪੋਰਟ ਕੀਤਾ ਜਾਏਗਾ ਤਾਂ ਕਿ ਕਰਪਸ਼ਨ ਦੇ ਚਾਂਸਸ ਘਟ ਸਕਣ।
ठीक है, ਤੁਸੀਂ ਇਹ ਸਿਰਫ ਯਾਦ ਰੱਖਣਾ ਹੈ ਨਾਮ ਕੀ ਗਵਰਨੈਂਸ ਵਿੱਚ ਵੀ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਹੋ, ਤੁਹਾਨੂੰ ਗਵਰਨੈਂਸ 'ਚ ਕੁਐਸਚਨ ਆ ਸਕਦਾ ਹੈ, ਗੁੱਡ ਗਵਰਨੈਂਸ ਵਿੱਚ ਯੂਜ਼ ਕਰ ਸਕਦੇ ਹੋ, ਰਾਈਟ। ਸੋ ਇਹ ਜਿਹੇ ਇਨੀਸ਼ੀਏਟਿਵ ਨੂੰ ਯਾਦ ਰੱਖੋ, ਇਹ ਐਗਜ਼ਾਮਪਲਸ ਵਗੈਰਾ 'ਚ ਕਾਫੀ ਕੰਮ ਆਉਂਦੇ ਆ। ਪੀਡੀਐਸ ਇਟਸੈਲਫ ਤੇ ਕੁਐਸਚਨ ਆ ਸਕਦਾ ਹੈ, ਤਾਂ ਇਹ ਲੇਟੈਸਟ ਰਿਫਾਰਮ ਤੁਸੀਂ ਪੀਡੀਐਸ 'ਚ ਮੈਂਸ਼ਨ ਕਰ ਸਕਦੇ ਹੋ, ਰਾਈਟ। ਲਾਸਟ ਨਿਊਜ਼ ਆਈਟਮ ਅਗੇਨ ਵੈਰੀ ਵੈਰੀ ਇੰਪੋਰਟੈਂਟ, ਪ੍ਰੀਲਿਮਸ 'ਚ ਕੁਐਸਚਨ ਆ ਸਕਦਾ ਹੈ, ਯੂਨੈਸਕੋ ਦੀ ਕਲਚਰਲ ਹੈਰੀਟੇਜ ਲਿਸਟ ਤੇ ਗਰਬਾ ਐਡ ਹੋ ਗਿਆ ਹੈ। ਠੀਕ ਹੈ, ਇੰਡੀਆ ਵਿੱਚੋਂ 15 ਇਹੋ ਜਿਹੀ ਚੀਜ਼ਾਂ ਹੈ, 15 ਇਹੋ ਜਿਹੀ ਕਲਚਰਲ ਐਲੀਮੈਂਟਸ ਹੈ ਜਿਹੜੇ ਕਿ ਯੂਨੈਸਕੋ ਦੀ ਲਿਸਟ ਤੇ ਆਲਰੇਡੀ ਇਨਕਲੂਡਡ ਨੇ, ਰਾਈਟ। ਇਹ 14 ਆਲਰੇਡੀ ਇਨਕਲੂਡਡ ਹੈ, ਇਹ 15th ਐਡੀਸ਼ਨ ਹੈ, ਮੇਰੇ ਕਹਿਣ ਦਾ ਮਤਲਬ ਹੈ। ਠੀਕ ਹੈ, ਸੋ ਤੁਸੀਂ ਇਹ ਸਾਰੇ ਹੀ ਯਾਦ ਕਰਨੇ ਆ, ਕੁਐਸਚਨ ਇਸ ਤੇ ਆ ਜਾਂਦਾ ਹੈ, ਕਿਵੇਂ ਯਾਦ ਕਰ ਸਕਦੇ ਹੋ। ਲੈਟਸ ਟਰਾਈ ਟੂ ਮੇਕ ਸੈਂਸ ਆਫ ਇਟ। ਸਭ ਤੋਂ ਪਹਿਲਾਂ ਚੈਂਟਿੰਗ ਨਾਲ ਰਿਲੇਟਡ ਦੋ ਚੀਜ਼ਾਂ ਐਡਡ ਹੈ ਇਸ ਲਿਸਟ ਦੇ ਵਿੱਚ। ਅਗਰ ਤੁਸੀਂ ਦੇਖੋ, ਚੈਂਟਿੰਗ, ਵੈਦਿਕ ਚੈਂਟਿੰਗ ਜਿਹੜੀ ਆਪਾਂ ਹਿੰਦੂ ਧਰਮ ਨਾਲ ਰਿਲੇਟ ਕਰ ਸਕਦੇ ਹਾਂ, ਤੇ ਬੁੱਧਿਸਟ ਚੈਂਟਿੰਗ। ਠੀਕ ਹੈ, ਦੋ ਟਾਈਪ ਦੀ ਚੈਂਟਿੰਗਸ ਇਸ 'ਚ ਇਨਕਲੂਡਡ ਹੈ। ਠੀਕ ਹੈ, ਉਸ ਤੋਂ ਬਾਅਦ 4 ਟਾਈਪ ਆਫ ਥੀਏਟਰਸ ਇਨਕਲੂਡਡ ਹੈ। ਠੀਕ ਹੈ, ਜਿਵੇਂ ਰਾਮਲੀਲਾ ਆਪਣੇ ਸਾਰੇ ਕਿਤੇ, ਸਾਰੇ ਪੰਜਾਬ 'ਚ ਵੀ ਹੁੰਦੀ ਹੈ, ਸਾਰੇ ਇੰਡੀਆ 'ਚ ਰਾਮਲੀਲਾ ਦੇ ਥੀਏਟਰਸ ਲੱਗਦੇ ਆ ਨਾ ਦੀਵਾਲੀ ਤੋਂ ਪਹਿਲਾਂ, ਤੋਂ ਰਾਮਲੀਲਾ ਇਨਕਲੂਡਡ ਹੈ ਥੀਏਟਰ 'ਚ। ਫਿਰ ਕਰਨਾਟਕਾ ਦੇ ਦੋ ਬਹੁਤ ਫੇਮਸ ਥੀਏਟਰ ਫਾਰਮਸ ਹੈ, ਕੁਟੀਅਤਮ ਤੇ ਮੇਦੀਅੱਤੂ। ਠੀਕ ਹੈ, ਇਹ ਕਰਨਾਟਕਾ ਦੇ ਹੈ ਦੋਨੋਂ। ਇਹ ਵੀ ਕਰਨਾਟਕਾ ਜਾਂ ਕੇਰਲਾ, ਪਲੀਜ਼ ਕ੍ਰੋਸ ਚੈੱਕ ਕਰ ਲੈਣਾ, ਇਹ ਉਸ ਜਗ੍ਹਾ ਤੇ ਹੀ ਹੈ, तो ਇਹ ਵੀ ਇਨਕਲੂਡਡ ਹੈ। ਇਸ ਤੋਂ ਇਲਾਵਾ ਰਮਮ, ਇਹ ਗੜਵਾਲ ਹਿਮਾਲਿਆਸ ਜਾਂ ਤੁਸੀਂ ਕਹਿ ਸਕਦੇ ਹੋ ਹਿਮਾਲਯਨ ਰੀਜਨ ਦਾ ਥੀਏਟਰ ਫਾਰਮ ਹੈ, ਐਂਡ ਇਹ ਵੀ ਇਨਕਲੂਡਡ ਹੈ। ਠੀਕ ਹੈ, ਸੋ 2 ਚੈਂਟਿੰਗ ਦੀ ਫਾਰਮਸ, 4 ਥੀਏਟਰਸ ਤੇ 4 ਡਾਂਸ ਫਾਰਮਸ। ਡਾਂਸ ਫਾਰਮਸ ਕਿਹੜੀ ਕਿਹੜੀ ਇਨਕਲੂਡਡ ਹੈ? ਕਾਲਬੇਲੀਆ, ਇਹ ਰਾਜਸਥਾਨ ਦੇ ਏਰੀਆ 'ਚ ਹੁੰਦੀ ਹੈ, ਬਲੈਕ ਕੱਪੜੇ ਪਾ ਕੇ ਲੋਕ, ਸਨੇਕ ਡਾਂਸਰਸ ਵੀ ਕਹਿੰਦੇ ਆ ਇਹਨਾਂ ਨੂੰ, ਸਨੇਕ ਚਾਰਮਰਸ ਹੁੰਦੇ ਨੇ ਇਹ ਡਾਂਸ ਆਈਟਮ ਪਰਫਾਰਮ ਕਰਦੇ ਆ। ਇੱਕ ਵਾਰ ਇਮੇजेस ਦੇਖ ਲਓ, ਦਿਮਾਗ 'ਚ ਇਹ ਯਾਦ ਰਹੇਗਾ। ਦੈਨ ਚਾਹੂ ਜਾਂ ਚੂਹੂ, whatever you want to call it, ओडिशा ਦਾ ਮਾਰਸ਼ਲ ਡਾਂਸ ਫਾਰਮ ਹੈ, ਬਹੁਤ ਪਪੂਲਰ, ਇਹ ਵੀ ਇਨਕਲੂਡਡ ਹੈ ਇੱਥੇ। ਸੰਕੀਰਤਨਾ ਆਪਣਾ 8th ਕਲਾਸਿਕਲ ਡਾਂਸ ਵੀ ਹੈ ਇਹ ਵੀ ਇਸ 'ਚ ਇਨਕਲੂਡਡ ਹੈ, ਰਾਈਟ। ਉਸ ਤੋਂ ਬਾਅਦ ਗਰਬਾ ਜਿਹੜਾ ਹੁਣ ਇਨਕਲੂਡ ਹੋਇਆ ਹੈ, ਤਾਂ ਇਹਨਾਂ ਨੂੰ ਮਿਲਾ ਕੇ 4 ਡਾਂਸ ਫਾਰਮਸ ਇਨਕਲੂਡ ਹੋ ਗਈਆਂ। ਉਸ ਤੋਂ ਬਾਅਦ ਅਗਰ ਰਿਲੀਜਨ ਨਾਲ ਰਿਲੇਟਡ ਦੇਖੀਏ, 3 ਚੀਜ਼ਾਂ ਹੋਰ ਇਨਕਲੂਡਡ ਹੈ। ਹਿੰਦੂ ਧਰਮ ਨਾਲ ਰਿਲੇਟਡ ਹੈ, ਕੁੰਭ ਮੇਲਾ ਤੇ ਦੁਰਗਾ ਪੂਜਾ ਵੀ ਇਨਕਲੂਡਡ ਹੈ। ਦੁਰਗਾ ਪੂਜਾ ਵੀ ਲੇਟੈਸਟ ਐਡੀਸ਼ਨ ਹੈ, ਆਈ ਥਿੰਕ ਪਿਛਲੇ ਤੋਂ ਪਿਛਲੇ ਸਾਲ ਜਾਂ ਪਿਛਲੇ ਸਾਲ ਹੀ ਐਡ ਹੋਈ ਹੈ, ਇਹ ਬਹੁਤ ਹੀ ਨਿਊ ਐਡੀਸ਼ਨ ਹੈ। ਸੋ 2 ਹਿੰਦੂ ਧਰਮ ਨਾਲ ਰਿਲੇਟਡ ਹੋਰ ਚੀਜ਼ਾਂ ਇੰਟਰੋਡਿਊਸ ਜਾਂ ਇਸ 'ਚ ਇਨਕਲੂਡਡ ਹੈ, ਦੈਟ ਇਜ਼ ਕੁੰਭ ਮੇਲਾ ਐਂਡ ਦੁਰਗਾ ਪੂਜਾ ਐਂਡ ਨੌਰੋਜ਼। ਠੀਕ ਹੈ, ਪਾਰਸੀ ਲੋਕਾਂ ਦਾ ਇਹ ਫੈਸਟੀਵਲ ਜਾਂ ਤੁਸੀਂ ਕਹਿ ਸਕਦੇ ਹੋ ਟ੍ਰੈਡੀਸ਼ਨ ਹੈ, ਦਿਸ ਇਜ਼ ਆਲਸੋ ਇਨਕਲੂਡਡ, ਰਾਈਟ। ਇਸ ਤੋਂ ਬਾਅਦ ਹੁਣ ਜੋ ਨॉन ਰਿਲੀਜੀਅਸ ਚੀਜ਼ਾਂ ਇਨਕਲੂਡਡ ਹੈ, ਉਹ ਹੈ ਯੋਗਾ ਐਂਡ ਬ੍ਰਾਸ ਕਰਾਫਟ ਬਿਲੋਂਗਿੰਗ ਟੂ ਏਰੀਆਜ਼ ਲਾਈਕ ਆਫ ਪੰਜਾਬ। ਠੀਕ ਹੈ, ਟ੍ਰੈਡੀਸ਼ਨਲ ਬ੍ਰਾਸ ਐਂਡ ਕਾਪਰ ਕਰਾਫਟ ਆਫ ਯੂਟੈਂਸਿਲ ਮੇਕਿੰਗ among the Tatheras of Chandelia, Guru, Punjab, India, like that, right? 2014 ਚ ਇਹ ਐਡ ਹੋਈ। ਠੀਕ ਹੈ, ਸੋ ਇਹ ਲਿਸਟ ਯਾਦ ਰੱਖਣੀ ਹੈ ਤੇ ਕੁਐਸਚਨਸ ਬਣ ਸਕਦੇ ਹੈ, ਸੋ ਇਸ ਤਰੀਕੇ ਨਾਲ ਆਪਾਂ ਯਾਦ ਕਰ ਸਕਦੇ ਹਾਂ। ਇਫ ਯੂ ਹੈਵ ਐਨੀ ਡਾਊਟ, ਐਨੀ ਕੁਐਰੀ, ਜਸਟ ਮੈਸੇਜ ਮੀ ਔਨ ਦਿਸ ਨੰਬਰ, ਆਈਲ ਬੀ ਦੇयर ਟੂ ਅਸਿਸਟ ਯੂ। ਤੁਸੀਂ ਪੰਜਾਬ ਪੀਸੀਐਸ ਦੀ ਤਿਆਰੀ ਕਰਨੀ ਹੈ, ਹਰਿਆਣਾ, ਹਿਮਾਚਲ, ਯੂਪੀਐਸਸੀ, ਵੀ ਆਰ ਦੇयर ਟੂ ਹੈਲਪ ਯੂ ਫॉर ਆਲ ਥੀਸ ਹਾਈ ਲੈਵਲ ਐਗਜ਼ਾਮੀਨੇਸ਼ਨਸ, ਜਿਹੜੇ ਕਿ ਤੁਹਾਡੇ ਤੋਂ ਥੋੜੀ ਕਮਿਟਮੈਂਟ ਮੰਗਦੇ ਹੈ, ਐਫਰਟ ਮੰਗਦੇ ਹੈ, ਬਟ ਵਿਦ ਆਰ ਰਾਈਟ ਗਾਈਡੈਂਸ ਯੂ ਕੈਨ ਅਚੀਵ ਦ ਰਿਜ਼ਲਟ। That is all for today. Thank you so much for joining.